ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਕਿਤਾਬ ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ, ਜਿਸ ਦੇ ਲੇਖਕ ਹਨ MS ਕਿੰਗ ਅਤੇ ਇਸ ਕਿਤਾਬ ਦਾ ਅਨੁਵਾਦ ਕੀਤਾ ਹੈ ਡਾਕਟਰ ਦਲਜੀਤ ਸਿੰਘ ਨੇ। ਪਹਿਲਾਂ ਆਪਾਂ ਪੰਨਾ ਨੰਬਰ 24 ਤੱਕ ਪੜ੍ਹਿਆ ਸੀ ਅਤੇ ਹੁਣ ਆਪਾਂ ਇਸ ਨੂੰ ਅੱਗੇ ਪੜ੍ਹਨ ਜਾ ਰਹੇ ਹਾਂ। ਦਸੰਬਰ 16 1773 ਬੋਸਟਨ ਟੀ ਪਾਰਟੀ। ਬਸਤੀ ਲੋਕ ਬਰਤਾਨਵੀ ਟੈਕਸਾਂ ਅਤੇ ਇਜਾਰਾਦਾਰੀ ਵਿਰੁੱਧ ਬਗਾਵਤ ਕਰਦੇ ਹਨ। ਮੈਸਾਚੁਸੈਟ ਬਸਤੀ ਤੇ ਬੋਸਟਨ ਸ਼ਹਿਰ ਅੰਦਰ ਬੋਸਟਨ ਟੀ ਪਾਰਟੀ ਨੇ ਬ੍ਰਿਟਿਸ਼ ਸਰਕਾਰ ਅਤੇ ਇਜਾਰਾਦਾਰ ਈਸਟ ਇੰਡੀਆ ਕੰਪਨੀ ਵਿਰੁੱਧ ਲਹਿਰ ਚਲਾਈ, ਕਿਉਂਕਿ ਉਹ ਬਸਤੀਆਂ ਅੰਦਰ ਪਹੁੰਚਦੀ ਸਾਰੇ ਚਾਹ ਵਪਾਰ ਨੂੰ ਆਪਣੀ ਮੁੱਠੀ ਵਿੱਚ ਰੱਖਦੀ ਸੀ। ਬੋਸਟਨ ਦੇ ਅਫਸਰ ਟੈਕਸ ਲਈ ਚਾਹ ਦੇ 3 ਜਹਾਜ਼ਾਂ ਨੂੰ ਬ੍ਰਿਟੇਨ ਵਾਪਸ ਭੇਜਣ ਤੋਂ ਇਨਕਾਰੀ ਹੋਏ ਤਾਂ ਬਸਤੀ ਲੋਕਾਂ ਦੇ ਇੱਕ ਟੋਲੇ ਨੇ ਅਮਰੀਕੀ ਮੂਲ ਲੋਕਾਂ ਦੇ ਲਿਬਾਸ ਪਾਏ ਅਤੇ ਜਹਾਜ਼ਾਂ ਉੱਤੇ ਚੜ੍ਹ ਗਏ ਅਤੇ ਸਾਰੀ ਚਾਹ ਬੋਸਟਨ ਹਾਰਬਰ ਪਾਣੀਆਂ ਵਿੱਚ ਸੁੱਟ ਦਿੱਤੀ। ਟੀ ਐਕਟ ਚਾਹ ਕਾਨੂੰਨ ਬ੍ਰਿਟਿਸ਼ ਪਾਰਲੀਮੈਂਟ ਨੇ 1773 ਵਿੱਚ ਪਾਸ ਕੀਤਾ ਸੀ। ਟੀ ਪਾਰਟੀ ਵੱਲੋਂ ਟੀ ਐਕਟ ਵਿਰੋਧੀ ਲਹਿਰ ਨੂੰ ਸਿਖਰ ਤੱਕ ਪਹੁੰਚਾਇਆ। ਬਸਤੀ ਲੋਕਾਂ ਦੇ ਟੀ ਐਕਟ ਉੱਤੇ ਇਤਰਾਜ਼ਾਂ ਦੇ ਕਈ ਕਾਰਨ ਸਨ। ਸਭ ਤੋਂ ਵੱਡਾ ਇਹ ਕਿ ਐਕਟ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਹੱਕਾਂ ਦੀ ਉਲੰਘਣਾ ਕਰਦਾ ਸੀ। ਜੇ ਸਾਡੇ ਨੁਮਾਇੰਦੇ ਟੈਕਸ ਲਾਉਣ ਤਾਂ ਮਨਜ਼ੂਰ ਹਨ, ਬਾਹਰਲਿਆਂ ਦੇ ਹੁਕਮਾਂ ਹੇਠਾਂ ਨਹੀਂ। ਬੋਸਟਨ ਟੀ ਪਾਰਟੀ ਬ੍ਰਿਟਿਸ਼ ਸਰਕਾਰ ਦੀ ਥਾਪੀ ਈਸਟ ਇੰਡੀਆ ਕੰਪਨੀ ਦੀ ਲੁੱਟੂ ਇਜਾਰਾਦਾਰੀ ਦੇ ਵਿਰੁੱਧ ਉਨੀ ਹੀ ਸੀ ਜਿੰਨੀ ਟੈਕਸਾਂ ਦੇ ਵਿਰੁੱਧ। ਇਹ ਜਾਣਨਾ ਜ਼ਰੂਰੀ ਹੈ ਕਿ ਜਿਵੇਂ ਬੋਸਟਨ ਮੌਤਾਂ ਦੇ ਪਿੱਛੇ ਸੰਜ਼ ਆਫ ਲਿਬਰਟੀ ਦੇ ਹੋਣ ਦਾ ਸੰਦੇਹ ਹੈ, ਜਿਸ ਅੰਦਰ ਨਾਮੀ ਆਜ਼ਾਦੀ ਦੇ ਇੱਛੁਕ ਲੋਕ ਸਨ, ਪਰ ਹੋਰਨਾਂ ਵਿੱਚ ਵੀ ਹੋ ਸਕਦੇ ਹਨ ਜਿਨ੍ਹਾਂ ਦੇ ਵੱਖਰੇ ਡੂੰਘੇ ਮਕਸਦ ਹੋਣ, ਜਿਨ੍ਹਾਂ ਦਾ ਰਿਸ਼ਤਾ ਨਿਊ ਵਰਲਡ ਆਰਡਰ ਨਾਲ ਹੋਵੇ, ਜਿਸ ਦੀ ਨੀਅਤ ਇਸ ਸਮੇਂ ਬ੍ਰਿਟਿਸ਼ ਸਾਮਰਾਜ ਨੂੰ ਕਮਜ਼ੋਰ ਕਰਨ ਦੀ ਹੋਵੇ। ਮਈ 1 1776 ਐਡਮ ਬਿਸ਼ੋਪਤ ਇੱਕ ਖੁਫੀਆ ਇਲੂਮਨਾਟੀ ਜਮਾਤ ਫਿਰਕੇ ਦੀ ਨੀਂਹ ਰੱਖਦਾ ਹੈ। ਯਹੂਦੀ ਪ੍ਰੋਫੈਸਰ ਐਡਮ ਬਿਸ਼ੋਪਤ ਬਵਾਨਾ ਜਰਮਨੀ ਵਿੱਚ ਇੱਕ ਖੁਫੀਆ ਗੁਪਤ ਜਮਾਤ ਦੀ ਇਲੂਮਨਾਟੀ ਸ਼ੁਰੂ ਕਰਦਾ ਹੈ। ਜਾਪਦਾ ਇੰਝ ਹੈ ਕਿ ਉਹ ਜਰਮਨੀ ਅੰਦਰਲੇ ਰੌਥਚਾਈਲਡ ਦਾ ਜਰ ਖਰੀਦਦਾਰ ਏਜੰਟ ਹੈ। ਬਿਸ਼ੋਪਤ ਸਮਾਜ ਦੇ ਧਨਾਢ ਟੱਬਰਾਂ ਨੂੰ ਭਰਤੀ ਕਰਦਾ ਹੈ। ਦੀ ਇਲੂਮਨਾਟੀ ਜਾਂ ਰੌਸ਼ਨੀ ਪ੍ਰਾਪਤ ਵਿਅਕਤੀ ਮੈਸੋਨਿਕ ਲੌਜਿਜ਼ ਰਿਹਾਇਸ਼ਾਂ ਅੰਦਰ ਪ੍ਰਵੇਸ਼ ਕਰਕੇ ਉੱਥੋਂ ਦੇ ਪਰਦੇ ਹੇਠ ਆਪਣੀਆਂ ਕਾਰਵਾਈਆਂ ਸ਼ੁਰੂ ਕਰਦੇ ਹਨ। ਉਹ ਸਰਕਾਰਾਂ ਉਲਟਾਉਣ ਦੇ ਮਨਸੂਬੇ, ਈਸਾਈ ਮਤ ਦੀ ਤਬਾਹੀ ਅਤੇ ਆਉਂਦੇ ਸਮਿਆਂ ਵਿੱਚ ਵਿਸ਼ਵ ਦੀ ਨਵੀਂ ਸਰਕਾਰ ਦੀ ਨਿਊ ਵਰਲਡ ਆਰਡਰ ਦੇ ਮਨਸੂਬੇ ਘੜਦੇ ਹਨ। ਬਾਵੇਰੀਆ ਸਰਕਾਰ 1784 ਵਿੱਚ ਇਲੂਮਨਾਟੀ ਉੱਤੇ ਪਾਬੰਦੀ ਲਾਉਂਦੀ ਹੈ, ਪਰ ਉਨ੍ਹਾਂ ਦੇ ਦਾਅਓ ਪੇਚ ਅਤੇ ਨਿਸ਼ਾਨੇ ਅਤੇ ਭਵਿੱਖ ਦੇ ਕਮਿਊਨਿਸਟ ਮਨਸੂਬੇ 1799 ਦੇ ਫਰਾਂਸੀਸੀ ਇਨਕਲਾਬ ਸਮੇਂ ਸਾਫ਼ ਦਿਸ ਪੈਂਦੇ ਹਨ। ਅੱਜ ਦੇ ਸਮੇਂ ਤੱਕ 1 ਮਈ ਕਮਿਊਨਿਸਟਾਂ, ਅਗਾਂਹ-ਵਧੂਆਂ ਅਤੇ ਅਨਾਰਕਿਸਟਾਂ ਲਈ ਪਵਿੱਤਰ ਦਿਹਾੜਾ ਬਣਿਆ ਹੋਇਆ ਹੈ। ਕਿਤਾਬ ਦੇ ਉੱਤੇ ਇੱਕ ਫੋਟੋ ਛਪੀ ਹੋਈ ਹੈ। ਇਲੂਮਨਾਟੀ ਦੀ ਪਿਰਾਮਿਡ ਉੱਪਰ ਕੁੱਲ ਪਾਸੇ ਵੱਲ ਵੇਖਦੀ ਅੱਖ। ਜੁਲਾਈ 4 1776 ਆਜ਼ਾਦੀ ਦੇ ਐਲਾਨ ਉੱਤੇ ਦਸਤਖਤ ਹੁੰਦੇ ਹਨ। ਥਾਮਸ ਜੈਫਰਸਨ ਆਜ਼ਾਦੀ ਦਾ ਐਲਾਨ ਲਿਖਦਾ ਹੈ ਅਤੇ 56 ਹੋਰ ਦੇਸ਼ ਭਗਤ ਸਹੀ ਕਰਦੇ ਹਨ, ਜਿਸ ਅਨੁਸਾਰ ਅਮਰੀਕੀ ਬਸਤੀਆਂ ਬ੍ਰਿਟੇਨ ਨਾਲੋਂ ਟੁੱਟ ਜਾਂਦੀਆਂ ਹਨ ਅਤੇ ਆਪਣੇ ਆਦਰਸ਼ ਨੂੰ ਲੋਕਾਂ ਦੀ ਸੇਵਾ ਮੰਨਦੀਆਂ ਹਨ, ਨਾ ਕਿ ਉਹਨਾਂ ਨੂੰ ਕਾਬੂ ਰੱਖਣ ਲਈ। ਅਮਰੀਕਾ ਦੀ ਨੀਂਹ ਰੱਖਣ ਵਾਲੇ ਵਿਸ਼ਵਾਸ ਕਰਦੇ ਹਨ ਕਿ ਲੋਕਾਂ ਦੇ ਹੱਕ ਰੱਬ ਵੱਲੋਂ ਮਿਲਦੇ ਹਨ, ਸਰਕਾਰ ਤੋਂ ਨਹੀਂ। ਜਦੋਂ ਸਰਕਾਰ ਦੀ ਦਬਾਊ ਸ਼ਕਤੀ ਘਟਾਈ ਜਾਂਦੀ ਹੈ ਤਾਂ ਖੁਸ਼ਹਾਲੀ ਦਾ ਸਮਾਂ ਆਉਂਦਾ ਹੈ। ਛੋਟੀ ਸਰਕਾਰ, ਰੱਬ ਦੇ ਬਖਸ਼ੇ ਹੱਕ, ਚੰਗੇ ਆਚਰਣ, ਠਹਿਰੀ ਹੋਈ ਕਰੰਸੀ, ਨਿੱਜੀ ਜਾਇਦਾਦ ਲਈ ਇੱਜ਼ਤ ਅਤੇ ਘੱਟੋ-ਘੱਟ ਟੈਕਸ ਉਹਨਾਂ ਦਾ ਨਿਸ਼ਾਨਾ ਹੈ। ਇਸ ਦੇ ਵਿਪਰੀਤ ਇਲੂਮਨਾਟੀ ਅਤੇ ਲਾਲ ਇਨਕਲਾਬੀਆਂ ਦੀ ਨੀਅਤ ਬਿਲਕੁਲ ਉਲਟ ਹੈ। ਆਜ਼ਾਦੀ ਦੇ ਐਲਾਨ ਅੰਦਰੋਂ ਹੇਠ ਲਿਖੀਆਂ ਕੁਝ ਲਾਈਨਾਂ ਸੰਖੇਪ ਵਿੱਚ 4 ਜੁਲਾਈ ਦੀ ਦਿਸ਼ਾ ਵਿਖਾਉਂਦੀਆਂ ਹਨ। ਸਾਫ਼ ਦਿਖਾਈ ਦਿੰਦੀਆਂ ਹੇਠ ਲਿਖੀਆਂ ਸੱਚਾਈਆਂ ਨੂੰ ਮੰਨਦੇ ਹਾਂ ਕਿ ਸਭ ਲੋਕ ਬਰਾਬਰ ਬਣੇ ਹਨ। ਪਰਮਾਤਮਾ ਨੇ ਸਦਾ ਲਈ ਨਾ ਬਦਲਣ ਵਾਲੇ ਹੱਕ ਦਿੱਤੇ ਹਨ, ਜਿਨ੍ਹਾਂ ਅੰਦਰ ਜਿਉਣ, ਆਜ਼ਾਦੀ ਅਤੇ ਖੁਸ਼ੀਆਂ ਲੱਭਣ ਦੇ ਹੱਕ। ਇਹਨਾਂ ਹੱਕਾਂ ਨੂੰ ਠੋਸ ਸਿੱਕੇਬੰਦ ਕਰਨ ਲਈ ਲੋਕਾਂ ਦੇ ਵਿਚਕਾਰ ਲੋਕਾਂ ਦੀ ਮਰਜ਼ੀ ਦੇ ਨਾਲ ਸਰਕਾਰ ਬਣੇਗੀ। ਜੇ ਕਦੇ ਵੀ ਸਰਕਾਰ ਉਲੀਕੇ ਹੋਏ ਰਸਤੇ ਤੋਂ ਭਟਕੇਗੀ ਤਾਂ ਲੋਕਾਂ ਦਾ ਹੱਕ ਹੈ ਕਿ ਅਜਿਹੀ ਸਰਕਾਰ ਲਾਹ ਕੇ ਨਵੀਂ ਸਰਕਾਰ ਥਾਪ ਦੇਣ। 1761
ਤੋਂ 1784 ਅਮਰੀਕਨ ਆਜ਼ਾਦੀ ਜੰਗ ਦੇ ਪਿੱਛੇ ਮਾਇਆ ਧਨ ਲਾਉਣ ਵਾਲੀ ਯਹੂਦੀ ਸ਼ਾਹੂਕਾਰ ਹੈ। ਜੰਗ ਸਮੇਂ ਜਾਰਜ ਵਾਸ਼ਿੰਗਟਨ ਭਾਰੀ ਮਾਇਆ ਵਾਸਤੇ ਇੱਕ ਪੋਲੈਂਡ ਦੇ ਜੰਪਲ ਯਹੂਦੀ ਸ਼ਾਹੂਕਾਰ ਹੇਮ ਸਾਲੋਮੋਨ ਉੱਤੇ ਨਿਰਭਰ ਕਰਦਾ ਹੈ। ਸਾਲੋਮੋਨ ਸੰਸ ਆਫ ਲਿਬਰਟੀ ਦਾ ਮੈਂਬਰ ਹੈ। ਉਹੀ ਗੁਪਤ ਸੰਸਥਾ ਜਿਸਨੇ ਬੋਸਟਨ ਕਤਲ ਅਤੇ ਬੋਸਟਨ ਟੀ ਪਾਰਟੀ ਦੀਆਂ ਖੂਨੀ ਝੜਪਾਂ ਉਕਸਾਈਆਂ ਸਨ। ਦਸਤਾਵੇਜ਼ਾਂ ਰਿਕਾਰਡਾਂ ਤੋਂ ਪਤਾ ਚੱਲਦਾ ਹੈ ਕਿ 1781 ਤੋਂ 1784 ਦੇ ਸਮੇਂ ਵਿੱਚ ਸੋਲੋਮੋਨ ਨੇ ਆਪਣੇ ਕੋਲੋਂ ਅਤੇ ਹੋਰਨਾਂ ਤੋਂ ਗਰਾਹ ਕੇ ਵਾਸ਼ਿੰਗਟਨ ਦੀ ਬ੍ਰਿਟੇਨ ਦੇ ਖਿਲਾਫ ਜੰਗ ਅੰਦਰ $6,50,000 ਦੀ ਸਹਾਇਤਾ ਦਿੱਤੀ। 2015 ਦੇ ਹਿਸਾਬ ਵਿੱਚ ਇਹ ਮਾਇਆ $9 ਬਿਲੀਅਨ ਦੇ ਬਰਾਬਰ ਬਣਦੀ ਹੈ। ਇਹ ਤਾਂ ਪੱਕਾ ਹੈ ਕਿ ਸੋਲੋਮੋਨ ਨੇ ਜਿਸ ਜੋਸ਼ ਨਾਲ ਜੰਗ ਵਾਸਤੇ ਨਕਦੀ ਜੋੜੀ ਉਸ ਦੇ ਪਿੱਛੇ ਮੁਨਾਫਾ ਕਮਾਉਣ ਦੀ ਕਾਮਨਾ ਸੀ, ਪਰ ਇਹ ਕੋਸ਼ਿਸ਼ ਯਹੂਦੀ ਇਲੂਮਨਾਟੀ ਦੇ ਉਹਨਾਂ ਨਿਸ਼ਾਨਿਆਂ ਦੇ ਅਨੁਕੂਲ ਸੀ ਜਿਸ ਅਨੁਸਾਰ ਯੂਰਪੀ ਸਾਮਰਾਜਾਂ ਨੂੰ ਇੱਕ ਅਜਿਹੇ ਸੰਤੁਲਨ ਦੀ ਸਥਿਤੀ ਵਿੱਚ ਰੱਖਿਆ ਜਾਵੇ ਕਿ ਜਦੋਂ ਲੋੜ ਹੋਵੇ ਇੱਕ ਦੂਜੇ ਨਾਲ ਲੜਾਏ ਜਾ ਸਕਣ। ਸੋਲੋਮੋਨ ਦੇ ਆਪਣੇ ਅਤੇ ਹਰ ਪਾਸਿਓਂ ਇਕੱਠਾ ਕੀਤੇ ਧਨ ਬਿਨਾਂ ਇਹ ਜੰਗ ਜਿੱਤਣੀ ਅਸੰਭਵ ਸੀ। ਹੋਮ ਸਾਲੋਮੋਨ ਦੀ ਯਾਦ ਵਿੱਚ ਸ਼ਿਕਾਗੋ ਅਤੇ ਲਾਸ ਏਂਜਲਸ ਵਿੱਚ ਬੁੱਤ ਅਤੇ ਸਾਲੋਮਨ ਡਾਕ ਟਿਕਟ ਬਣੀ ਹੋਈ ਹੈ। 1782 ਹੈਰਾਨ ਕਰਦੀ ਅਦਭੁਤ ਅਮਰੀਕਾ ਦੀ ਮੋਹਰ ਸੀਲ। ਫਾਊਂਡਿੰਗ ਫਾਦਰਸ ਨੀਂਹ ਰੱਖਣ ਵਾਲੇ ਪਿਤਾਮਿਆਂ ਨੇ ਅਮਰੀਕਾ ਦੀ ਨੀਂਹ ਪਰਮਾਤਮਾ ਵਿੱਚ ਵਿਸ਼ਵਾਸ ਅਤੇ ਆਜ਼ਾਦੀ ਉੱਤੇ ਆਧਾਰਿਤ ਰੱਖੀ ਸੀ, ਜੋ ਨਿਊ ਵਰਲਡ ਆਰਡਰ ਇਲੂਮਨਾਟੀ ਪ੍ਰਣਾਲੀ ਸਿਸਟਮ ਤੋਂ ਐਨ ਉਲਟ ਸੀ। ਫਿਰ ਵੀ ਇੰਜ ਜਾਪਦਾ ਹੈ ਕਿ ਨਿਊ ਵਰਲਡ ਆਰਡਰ ਮਾਫੀਆ ਦੇ ਅੰਸ਼ਾਂ ਨੇ ਇਨਕਲਾਬ ਦੀ ਇਸ ਲਈ ਮਦਦ ਕੀਤੀ ਜੋ ਪਹਿਲਾਂ ਬ੍ਰਿਟਿਸ਼ ਸਾਮਰਾਜ ਨੂੰ ਕਮਜ਼ੋਰ ਕੀਤਾ ਜਾਵੇ ਅਤੇ ਪਿੱਛੋਂ ਨਵੀਂ ਪੈਦਾ ਅਮਰੀਕੀ ਨੇਸ਼ਨ ਨੂੰ ਜਕੜ ਲਿਆ ਜਾਵੇ। ਜਾਰਜ ਵਾਸ਼ਿੰਗਟਨ ਕੋਈ ਲਾਲ ਭੰਗੋਲੀਆ ਦਾ ਯਾਰ ਨਹੀਂ ਸੀ, ਪਰ ਉਹ ਫ੍ਰੀ ਮੇਸਨ ਜ਼ਰੂਰ ਸੀ। ਇਲੂਮਨਾਟੀ ਖੁਫੀਆ ਢੰਗਾਂ ਦੇ ਮਨਸੂਬੇ ਮੈਸੋਨਿਕ ਲਾਜ਼ਾਂ ਘਰਾਂ ਅੰਦਰ ਹੀ ਘੜੇ ਜਾਂਦੇ ਸਨ। ਖੁਫੀਆ ਮਨਸੂਬਿਆਂ ਦੀ ਡਰਾਉਣੀ ਝਲਕ ਮਿਲਦੀ ਹੈ ਯੂਨਾਈਟਿਡ ਸਟੇਟਸ ਅਮਰੀਕਾ ਦੀ ਗ੍ਰੈਂਡ ਸੀਲ ਮਹਾਨ ਮੋਹਰ ਵਿੱਚ, ਜੋ 1782 ਵਿੱਚ ਸਥਾਪਿਤ ਕੀਤੀ ਗਈ। ਇਸ ਮੋਹਰ ਵਿੱਚ ਇੱਲ ਹੈ ਅਤੇ 6 ਨੁਕਰਾ ਯਹੂਦੀ ਡੇਵਿਡ ਦਾ ਤਾਰਾ ਹੈ। ਮੋਹਰ ਉੱਪਰ ਲਿਖਤ ਇਹ ਹੈ, ਇਹ ਬਹੁਤ ਸਾਰਿਆਂ ਵਿੱਚੋਂ ਇੱਕ। ਕੀ ਇਸ ਦਾ ਇਸ਼ਾਰਾ ਬਸਤੀਆਂ ਨੂੰ ਜੋੜ ਕੇ ਇੱਕ ਕਰਨਾ ਸੀ, ਜਿਵੇਂ ਸਾਨੂੰ ਪੜ੍ਹਾਇਆ ਜਾਂਦਾ ਹੈ, ਜਾਂ ਕਿ ਇਸ ਦਾ ਇਸ਼ਾਰਾ ਕਿਸੇ ਚੁਣੇ ਹੋਏ ਲੋਕਾਂ ਵੱਲ ਸੀ? 1786 ਵਿੱਚ ਮੋਹਰ ਦਾ ਪਿਛਲਾ ਪਾਸਾ ਵੀ ਜਮ੍ਹਾਂ ਕੀਤਾ ਗਿਆ, ਜੋੜਿਆ ਗਿਆ। ਉਸ ਦੇ ਵਿੱਚ ਸਭ ਪਾਸੇ ਵੇਖਣ ਵਾਲੀ ਇਲੂਮਨਾਟੀ ਅੱਖ ਹੈ, ਜਿਸ ਨੂੰ ਇੱਕ ਪਿਰਾਮਿਡ ਵਿੱਚ ਬਿਠਾਇਆ ਗਿਆ ਹੈ। ਉਸ ਦੇ ਹੇਠ ਲਾਤੀਨੀ ਅਖਾਣ ਲਿਖਿਆ ਹੈ, ਉਹ ਸਾਡੇ ਕੰਮਾਂ ਦੀ ਤਰਫਦਾਰੀ ਕਰਦਾ ਹੈ, ਅਤੇ ਨਾਲ ਹੀ ਰੋਮਨ ਹਿੰਦਸੇ ਹਨ। 1776 ਪਰ ਜਿੱਥੋਂ ਪਰਦਾਫਾਸ਼ ਹੁੰਦਾ ਹੈ ਉਹ ਹੈ ਹੇਠਲੀ ਲਿਖਤ, ਸਦਾ ਲਈ ਨਵਾਂ ਆਰਡਰ ਨਿਜ਼ਾਮ ਨਿਊ ਵਰਲਡ ਆਰਡਰ। ਕਿਤਾਬ ਦੇ ਉੱਤੇ ਇੱਕ ਨੋਟ ਛਪਿਆ ਹੈ, ਡੇਵਿਡ ਦਾ ਤਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਅਤੇ ਬਟੂਏ ਅੰਦਰ ਹਨ। ਕਿਹਾ ਜਾਂਦਾ ਹੈ ਕਿ ਹੇਮ ਸਾਲੋਮੋਨ ਆਪਣੀਆਂ ਸੇਵਾਵਾਂ ਦੇ ਬਦਲੇ ਆਪਣੇ ਲੋਕਾਂ ਲਈ ਕੁਝ ਮੰਗਦਾ ਸੀ। ਅਮਰੀਕਾ ਦੇ 13 ਸੂਬੇ ਡੇਵਿਡ ਦੇ ਤਾਰੇ ਦੀ ਸ਼ਕਲ ਵਿੱਚ ਸਜਾਏ ਹੋਏ ਹਨ, ਅਤੇ ਅਗਲੀ ਤਸਵੀਰ ਛਾਪੀ ਗਈ ਹੈ ਜੇਜੀ, ਰਿਹਾਨਾ, ਬਿਯੋਂਸ ਅਤੇ ਲੇਡੀ ਗਾਗਾ ਦੀ। ਉਹ ਆਪਣੇ ਹੱਥਾਂ ਦੇ ਨਾਲ ਇਲੂਮਨਾਟੀ ਅੱਖ ਦਾ ਇਸ਼ਾਰਾ ਬਣਾਉਂਦੇ ਹਨ। 1783 ਫਰਾਂਸੀ ਸਹਾਇਤਾ ਦੇ ਨਾਲ ਬਸਤੀਆਂ ਦੀ ਆਜ਼ਾਦੀ ਜੰਗ ਸਮਾਪਤ ਹੁੰਦੀ ਹੈ। 13 ਬਸਤੀਆਂ ਲਈ ਅਮਰੀਕੀ ਇਨਕਲਾਬ ਦੀ ਸ਼ੁਰੂਆਤ ਮਾੜੀ ਸੀ। ਬਸਤੀ ਲੋਕਾਂ ਦੇ ਵਫਾਦਾਰੀ ਦੇ ਮਸਲੇ ਉੱਤੇ ਅੰਦਰੂਨੀ ਮਤਭੇਦ ਸਨ, ਕਿਉਂਕਿ ਉਹਨਾਂ ਵਿਚਲੇ ਇੱਕ ਤਿਹਾਈ ਘੱਟੋ ਘੱਟ ਸ਼ੁਰੂ ਵਿੱਚ ਬ੍ਰਿਟੇਨ ਨਾਲ ਵਫਾਦਾਰੀ ਨਿਭਾਉਣਾ ਚਾਹੁੰਦੇ ਸਨ। ਵਾਸ਼ਿੰਗਟਨ ਦੀ ਫੌਜ ਅਤੇ ਸ਼ਹਿਰੀ ਮਲੇਸ਼ੀਆ ਲਾਲ ਕੋਟਾਂ ਲਗਾਤਾਰ ਛੋਟੀਆਂ ਵੱਡੀਆਂ ਝੜਪਾਂ ਨਾਲ ਉਹਨਾਂ ਨੂੰ ਕਮਜ਼ੋਰ ਕਰਦੇ ਸਨ। ਬੈਨ ਫਰੈਂਕਲਿਨ ਪੈਰਿਸ ਜਾ ਕੇ ਬਸਤੀਆਂ ਅੰਦਰਲੀ ਜੰਗ ਵਿੱਚ ਮਦਦ ਮੰਗਦਾ ਹੈ। 1776 ਦੇ ਕ੍ਰਿਸਮਸ ਦਿਹਾੜੇ ਵਾਸ਼ਿੰਗਟਨ ਨੇ ਬ੍ਰਿਟਿਸ਼ ਅਤੇ ਹੈਸੀਅਨ ਭਾੜੇ ਦੇ ਸਿਪਾਹੀਆਂ ਉੱਤੇ ਅਚਾਨਕ ਹਮਲਾ ਕੀਤਾ। ਇਸ ਪਿੱਛੋਂ ਸਾਰਾਤੂਗਾ ਵਿੱਚ ਜਿੱਤ ਪ੍ਰਾਪਤ ਕੀਤੀ। ਫਰਾਂਸੀ ਪ੍ਰਭਾਵਿਤ ਹੋ ਗਏ। ਫਰਾਂਸੀ ਫੌਜ ਸਹਾਇਤਾ ਆਉਣੀ ਸ਼ੁਰੂ ਹੋਈ, ਜਿਸ ਨੇ ਆਉਂਦੀਆਂ ਜੰਗਾਂ ਵਿੱਚ ਚੰਗਾ ਮੋੜਾ ਪਾਇਆ। ਆਖਰਕਾਰ 1783 ਵਿੱਚ ਬ੍ਰਿਟੇਨ ਨੇ ਬਸਤੀਆਂ ਨੂੰ ਮੁਕੰਮਲ ਪੂਰਨ ਤੌਰ 'ਤੇ ਆਜ਼ਾਦੀ ਦੇ ਦਿੱਤੀ। 1781 ਤੋਂ 1788 ਬਸਤੀਆਂ ਕਨਫੈਡਰੇਸ਼ਨ ਦੀਆਂ ਧਾਰਾਵਾਂ ਵਿੱਚ ਜੁੜ ਜਾਂਦੀਆਂ ਹਨ। ਜੰਗ ਦੇ ਸ਼ੁਰੂਲੇ ਸਾਲਾਂ ਵਿੱਚ ਖਰੜਾ ਤਿਆਰ ਹੋਇਆ ਅਤੇ 1781 ਵਿੱਚ ਮਾਨਤਾ ਦਿੱਤੀ ਗਈ ਆਰਟੀਕਲਸ ਆਫ ਦੀ ਕਨਫੈਡਰੇਸ਼ਨ ਐਂਡ ਪਰਮਾਨੈਂਟ ਯੂਨੀਅਨ ਨੂੰ, ਜਿਸ ਅਨੁਸਾਰ ਬਸਤੀਆਂ ਦੀਆਂ ਸਰਕਾਰਾਂ ਵਿਕੇਂਦਰਤ ਖੁੱਲ੍ਹੇ ਅਧਿਕਾਰ ਦਿੱਤੇ ਗਏ।
ਬਸਤੀਆਂ ਦੇ ਨਾਂ ਸਟੇਟਸ ਰਿਆਸਤਾਂ ਕਰਕੇ ਜਾਣੇ ਜਾਣ ਲੱਗੇ। ਕਨਫੈਡਰੇਸ਼ਨ ਦੀਆਂ ਧਾਰਾਵਾਂ ਹੇਠ ਰਿਆਸਤਾਂ ਆਜ਼ਾਦ ਸਨ। ਜੰਗ ਦੇ ਖਾਤਮੇ ਦੇ 6 ਸਾਲ ਪਿੱਛੋਂ ਵੀ ਸਟੇਟਾਂ ਨੇ ਰਲ ਕੇ ਇੱਕ ਇਕੱਠੀ ਕੌਮ ਨਹੀਂ ਬਣਾਈ। ਸਟੇਟਾਂ ਸਾਂਝੇ ਤੌਰ ਉੱਤੇ ਸਭ ਦੇ ਮੰਨੇ ਅਸੂਲਾਂ ਅਨੁਸਾਰ ਕਾਰੋਬਾਰ ਕਰਦੀਆਂ ਰਹੀਆਂ। ਅਮਰੀਕਾ ਦੀ ਨੀਂਹ ਰੱਖਣ ਵਾਲੇ ਇੱਕ ਆਵਾਜ਼ ਨਹੀਂ ਹਨ, ਭਾਵੇਂ ਸਭ ਆਜ਼ਾਦੀ ਅਤੇ ਕਿਸੇ ਹੱਦ ਤੱਕ ਸੂਬਿਆਂ ਦੀਆਂ ਸਰਕਾਰਾਂ ਮੰਗਦੇ ਹਨ। ਇੱਕ ਗੁੱਟ ਚਾਹੁੰਦਾ ਹੈ ਕਿ ਕੇਂਦਰੀ ਸਰਕਾਰ ਸਭ ਤੋਂ ਸ਼ਕਤੀਵਾਨ ਹੋਵੇ ਤਾਂ ਜੋ ਕੁੱਲ ਦੇਸ਼ ਦੇ ਕੰਮਕਾਰਾਂ ਨੂੰ ਜਥੇਬੰਦ ਕੀਤਾ ਜਾ ਸਕੇ। ਦੂਜਾ ਗੁੱਟ ਖਤਰਾ ਮਹਿਸੂਸ ਕਰਦਾ ਹੈ ਕਿ ਕੋਈ ਵੀ ਕੇਂਦਰੀ ਸਰਕਾਰ ਖਰਾਬ ਹੋ ਸਕਦੀ ਹੈ, ਜਿਸ ਕਾਰਨ ਲੋਕਾਂ ਦੀ ਆਜ਼ਾਦੀ ਨੂੰ ਭਾਰੀ ਖਤਰਾ ਹੋ ਜਾਵੇਗਾ। ਜੂਨ 21, 1788 ਅਮਰੀਕੀ ਸੰਵਿਧਾਨ ਉੱਤੇ ਸਹਿਮਤੀ। ਯੂਨਾਈਟਿਡ ਸਟੇਟਸ ਦਾ ਜਨਮ। ਅਮਰੀਕਾ ਦੀ ਨੀਂਹ ਰੱਖਦੇ ਕੁਝ ਨੇਤਾ ਸੋਚਦੇ ਹਨ ਕਿ ਕਨਫੈਡਰੇਸ਼ਨ ਦੇ ਕਾਨੂੰਨ ਬਹੁਤ ਕਮਜ਼ੋਰ ਹਨ ਅਤੇ ਨਵੇਂ ਦੇਸ਼ ਨੂੰ ਖਤਰਾ ਹੋ ਸਕਦਾ ਹੈ। ਇਸ ਕਾਰਨ ਮਹਾਂਦੀਪ ਦੀ ਕਾਂਗਰਸ 1787 ਵਿੱਚ ਫਿਲਾਡੈਲਫੀਆ ਵਿਖੇ ਅਮਰੀਕੀ ਸੰਵਿਧਾਨ ਨੂੰ ਮਾਨਤਾ ਦਿੰਦੇ ਹਨ। ਇਹ ਦਸਤਾਵੇਜ਼ ਕੁਝ ਸ਼ਕਤੀ ਲੋਕਾਂ ਨੂੰ ਵੀ ਦਿੰਦਾ ਹੈ। ਨੀਂਹ ਰੱਖਦੇ ਜਾਣਦੇ ਹਨ ਕਿ ਡੈਮੋਕ੍ਰੇਸੀ ਅੰਦਰ ਭੀੜਾਂ ਦਾ ਰਾਜ ਆ ਜਾਂਦਾ ਹੈ, ਜਿਸ ਵਿੱਚ ਬਹੁਗਿਣਤੀ ਨੂੰ ਲੋਕਾਂ ਦੀ ਪੈਦਾ ਕੀਤੀ ਦੌਲਤ ਵੋਟ ਪਾ ਕੇ ਕਾਬੂ ਰੱਖਣ ਦੀ ਸ਼ਕਤੀ ਮਿਲ ਜਾਂਦੀ ਹੈ। ਸੰਵਿਧਾਨ ਅੰਦਰ ਟੈਕਸ ਅਤੇ ਸਰਕਾਰੀ ਖਰਚੇ ਘੱਟੋ ਘੱਟ ਰੱਖੇ ਗਏ ਹਨ ਅਤੇ ਕੇਵਲ ਸੋਨੇ ਅਤੇ ਚਾਂਦੀ ਦੇ ਸਿੱਕੇ ਹੀ ਨਗਦੀ ਕਰੰਸੀ ਮੰਨੇ ਜਾਂਦੇ ਸਨ। ਸੰਵਿਧਾਨ ਵਿੱਚ ਇਨਕਮ ਟੈਕਸ, ਕੇਂਦਰੀ ਬੈਂਕਿੰਗ ਜਾਂ ਸਮਾਜੀ ਭਲੇ ਦੀਆਂ ਸਕੀਮਾਂ ਦਾ ਕੋਈ ਜ਼ਿਕਰ ਨਹੀਂ ਹੈ। ਸੰਵਿਧਾਨ ਦੀਆਂ ਪਹਿਲੀਆਂ 10 ਮੱਦਾਂ ਦਾ ਸੁਧਾਰਾ ਅਮੈਂਡਮੈਂਟ ਦਾ ਮੰਤਵ ਹੈ ਕਿ ਸਰਕਾਰ ਦੇ ਖਿਲਾਰ ਅਤੇ ਸ਼ਕਤੀ ਨੂੰ ਨਕੇਲ ਪਾਈ ਜਾਵੇ ਅਤੇ ਸ਼ਖਸੀ ਆਜ਼ਾਦੀਆਂ ਦੀ ਗਰੰਟੀ ਦਾ ਹੱਕ ਮਿਲੇ, ਜਿਵੇਂ ਕੋਈ ਸਿਆਸੀ ਬਿਆਨ ਦੇਣਾ, ਸ਼ਸਤਰਧਾਰੀ ਹੋਣਾ ਅਤੇ ਉਲਟ ਕਾਨੂੰਨ ਕਿਸੇ ਦੀ ਤਲਾਸ਼ੀ ਜਾਂ ਕੁਰਕੀ ਨਾ ਹੋਵੇ। 1790 ਜੈਫਰਸਨ ਅਤੇ ਹੈਮਿਲਟਨ ਵਿਚਾਰ ਕੇਂਦਰੀ ਬੈਂਕ ਦੇ ਮਸਲੇ ਉੱਤੇ ਮੁੱਠਭੇੜ। ਪ੍ਰਸਤਾਵਿਤ ਯੂਨਾਈਟਿਡ ਸਟੇਟਸ ਦਾ ਬੈਂਕ ਹੀ ਕੇਂਦਰੀ ਬੈਂਕ ਹੋਵੇਗਾ ਅਗਲੇ 20 ਸਾਲਾਂ ਦੇ ਸਮੇਂ ਲਈ। ਇਹ ਹੁਸ਼ਿਆਰ ਚਾਲ ਨਿਊਯਾਰਕ ਦੇ ਸੈਨੇਟਰ ਅਲੈਗਜ਼ੈਂਡਰ ਹੈਮਿਲਟਨ ਦੀ ਹੈ, ਜੋ ਆਪ ਇੱਕ ਬੈਂਕਰ ਹੈ। ਹੈਮਿਲਟਨ ਬਰਤਾਨਵੀ ਵੈਸਟ ਇੰਡੀਜ਼ ਦਾ ਜੰਪਲ, ਜੋ ਯਹੂਦੀ ਸਕੂਲ ਅੰਦਰ ਪੜ੍ਹਿਆ। ਨਿਊਯਾਰਕ ਲੰਡਨ ਦੇ ਸ਼ਾਹੂਕਾਰਾਂ ਦਾ ਏਜੰਟ ਹੈ। ਇਸ ਤੋਂ ਪਹਿਲਾਂ ਹੈਮਿਲਟਨ ਨੇ ਬੈਂਕ ਆਫ ਨਿਊਯਾਰਕ 1784 ਵਿੱਚ ਸਥਾਪਿਤ ਕੀਤਾ ਸੀ। ਹੈਮਿਲਟਨ ਪ੍ਰਧਾਨ ਵਾਸ਼ਿੰਗਟਨ ਦਾ ਖਜ਼ਾਨਾ ਸਕੱਤਰ ਹੈ। ਉਸ ਦੀ ਝੜਪ ਹੁੰਦੀ ਹੈ ਸਟੇਟ ਸਕੱਤਰ ਥਾਮਸ ਜੈਫਰਸਨ ਦੇ ਨਾਲ। ਹੈਮਿਲਟਨ ਅਤੇ ਉਸਦੇ ਸਾਥੀ ਬੈਂਕਰ ਇੱਕ ਸ਼ਕਤੀਵਾਰ ਕੇਂਦਰੀ ਸਰਕਾਰ ਅਤੇ ਕਰਜ਼ਾ ਅਧਿਕਾਰਤ ਕੇਂਦਰੀ ਬੈਂਕ ਅਤੇ ਕਰੰਸੀ ਛਾਪਣ ਵਿੱਚ ਵਿਸ਼ਵਾਸ ਰੱਖਦੇ ਹਨ। ਵਰਜੀਨੀਆ ਦਾ ਜੈਫਰਸਨ ਅਤੇ ਜੇਮਜ਼ ਮੈਡੀਸਨ ਦੱਖਣੀ ਖੇਤੀ ਆਧਾਰਿਤ ਸਰਕਾਰ ਦਾ ਵਿਕੇਂਦਰੀਕਰਨ ਅਤੇ ਸਥਾਨਕ ਬੈਂਕਕਾਰੀ ਵਿੱਚ ਵਿਸ਼ਵਾਸ ਰੱਖਦੇ ਹਨ। ਆਉਂਦੇ ਸਮੇਂ ਭਵਿੱਖ ਵਿੱਚ ਅਮਰੀਕੀ ਸ਼ਹਿਰੀ ਜੰਗ ਕਿਸੇ ਹੱਦ ਤਾਈਂ ਜੈਫਰਸਨ ਹੈਮਿਲਟਨ ਝਗੜੇ ਦੀ ਦੇਣ ਹੈ। ਜੈਫਰਸਨ ਦਲੀਲ ਦਿੰਦਾ ਹੈ ਕਿ ਨਿੱਜੀ ਟਕਸਾਲਾਂ ਅਤੇ ਬੈਂਕਾਂ ਦਾ ਕੇਂਦਰੀਕਰਨ ਗੈਰ ਸੰਵਿਧਾਨਕ ਅਤੇ ਖਤਰਨਾਕ ਹੈ। ਉਹ ਲਿਖਦਾ ਹੈ ਕਿ ਬੈਂਕਿੰਗ ਸੰਸਥਾਵਾਂ ਦੁਸ਼ਮਣ ਫੌਜਾਂ ਨਾਲੋਂ ਕਿਤੇ ਵੱਧ ਘਾਤਕ ਹਨ। ਹੈਮਿਲਟਨ ਜ਼ਰਾ ਦਲੀਲ ਕਰਦਾ ਹੈ ਕਿ ਦੇਸ਼ ਨੇ ਉੱਨਤੀ ਕਰਨੀ ਹੈ ਤਾਂ ਮਿਆਰੀ ਸਿੱਕੇ ਚਾਹੀਦੇ ਹਨ, ਜਿਸ ਦੇ ਪਿੱਛੇ ਕੇਂਦਰੀ ਬੈਂਕ ਅਤੇ ਐਕਸਾਈਜ਼ ਟੈਕਸ ਹੋਵੇ। 1791 ਹੈਮਿਲਟਨ ਦੀ ਜਿੱਤ, ਇੱਕ ਅਮਰੀਕੀ ਕੇਂਦਰੀ ਬੈਂਕ ਦੀ ਸਥਾਪਨਾ। ਪ੍ਰਧਾਨ ਵਾਸ਼ਿੰਗਟਨ ਜੈਫਰਸਨ ਅਤੇ ਹੈਮਿਲਟਨ ਦੀਆਂ ਕੇਂਦਰੀ ਬੈਂਕ ਬਾਰੇ ਦਲੀਲਾਂ ਨੂੰ ਸੁਣ ਕੇ ਹੈਮਿਲਟਨ ਦਾ ਪਾਸਾ ਲੈਂਦਾ ਹੈ। ਅਮਰੀਕਾ ਦਾ ਪਿਤਾਮਾ ਵਿਦੇਸ਼ੀ ਧੋਖੇਬਾਜ਼ ਹੈਮਿਲਟਨ ਦੀਆਂ ਚਿਕਣੀਆਂ ਚੋਪੜੀਆਂ ਵਿੱਚ ਆ ਜਾਂਦਾ ਹੈ। ਹੋਰ ਕਈ ਇਸ ਚਾਲ ਅੰਦਰ ਬੇਵਕੂਫ ਨਹੀਂ ਬਣੇ। ਕਈ ਸਾਲਾਂ ਪਿੱਛੋਂ ਪ੍ਰਧਾਨ ਜੋਹਨ ਐਡਮ ਹੈਮਿਲਟਨ ਨੂੰ ਇੰਝ ਬਿਆਨਦਾ ਹੈ, ਨਿਚੱਲਾ, ਬੇਸਬਰਾ, ਮਹਾਂ ਹੁਸ਼ਿਆਰ, ਅਣਥੱਕ ਅਤੇ ਬੇਅਸੂਲਾ ਠੱਗ। ਜੇ ਕੁੱਲ ਦੁਨੀਆ ਲਈ ਨਹੀਂ ਤਾਂ ਘੱਟੋ ਘੱਟ ਯੂਨਾਈਟਿਡ ਸਟੇਟਸ ਲਈ ਜ਼ਰੂਰ। ਹੈਮਿਲਟਨ ਬੈਂਕ ਇੱਕ ਪ੍ਰਾਈਵੇਟ ਨਿੱਜੀ ਬੈਂਕ ਹੈ, ਜਿਸ ਦੇ ਕਈ ਵਿਦੇਸ਼ੀ ਸ਼ੇਅਰਾਂ ਦੇ ਮਾਲਕ ਹਨ। ਐਕਸਾਈਜ਼ ਟੈਕਸ ਤੁਰੰਤ ਲੱਗ ਜਾਂਦਾ ਹੈ। ਬੈਂਕ ਨੂੰ ਸਰਕਾਰੀ ਸੂਦਾਂ ਦੇ ਭੁਗਤਾਨ ਦਾ ਪੱਖਾ ਪੂਰਨ ਕਰਨ ਲਈ ਹੈਮਿਲਟਨ ਵਿਸਕੀ ਦੇ ਉੱਤੇ ਐਕਸਾਈਜ਼ ਟੈਕਸ ਲਾਉਂਦਾ ਹੈ। ਜਦੋਂ ਪੈਨਸਿਲਵੇਨੀਆ ਦੇ ਵਿਸਕੀ ਖੇਤੀਕਾਰ ਵਿਰੋਧ ਵਿੱਚ ਵਿਸਕੀ ਬਗਾਵਤ ਕਰਦੇ ਹਨ ਤਾਂ ਹੈਮਿਲਟਨ ਵਾਸ਼ਿੰਗਟਨ ਨੂੰ ਮਨਾ ਲੈਂਦਾ ਹੈ ਕਿ ਉਹ 12,000 ਫੌਜੀਆਂ ਨੂੰ ਲੈ ਕੇ ਕਾਨੂੰਨ ਨੂੰ ਲਾਗੂ ਕਰ ਸਕੇ। ਟੈਕਸ ਇਕੱਠੇ ਕਰਨ ਲਈ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ।
ਤਾਂ ਜੋ ਵਿਦੇਸ਼ੀ ਸ਼ੇਅਰ ਮਾਲਕਾਂ ਨੂੰ ਸੂਦ ਪਹੁੰਚਾਇਆ ਜਾ ਸਕੇ। ਕੇਂਦਰੀ ਬੈਂਕ ਦੀ ਸਕੀਮ ਠੱਗੀ ਕੀ ਹੈ? ਕੇਂਦਰੀ ਬੈਂਕ ਅਤੇ ਸਰਕਾਰੀ ਕਰਜ਼ੇ। ਜਦੋਂ ਸਰਕਾਰ ਦਾ ਟੈਕਸਾਂ ਰਾਹੀਂ ਉਗਰਾਹਿਆ ਧਨ ਵਰਤ ਕੇ ਮੁੱਕ ਜਾਂਦਾ ਹੈ ਤਾਂ ਉਹ ਕਰਜ਼ਿਆਂ ਦਾ ਰਾਹ ਫੜਦੀ ਹੈ। ਇਹ ਇੱਕ ਢੰਗ ਹੈ ਧਨ ਲਾਉਣ ਵਾਲਿਆਂ ਨੂੰ ਸਰਕਾਰੀ ਬਾਂਡ ਵੇਚੇ ਅਤੇ ਦੂਜਾ ਰਾਹ ਹੈ ਵਿਦੇਸ਼ੀ ਸਰਕਾਰਾਂ ਤੋਂ ਕਰਜ਼ਾ ਲੈਣਾ। ਪਰ ਜਦੋਂ ਸਰਕਾਰ ਕਿਸੇ ਨਿੱਜੀ ਮਲਕੀਅਤ ਵਾਲੇ ਕੇਂਦਰੀ ਬੈਂਕ ਤੋਂ ਉਧਾਰ ਫੜਦੀ ਹੈ ਤਾਂ ਅਸਲ ਵਿੱਚ ਬੈਂਕ ਪਤਲੀ ਹਵਾ ਅੰਦਰੋਂ ਨਵਾਂ ਧਨ ਪੈਦਾ ਕਰਕੇ ਸਰਕਾਰ ਨੂੰ ਸੂਦ ਉੱਤੇ ਉਧਾਰ ਦਿੰਦਾ ਹੈ। ਨਵੇਂ ਧਨ ਨੂੰ ਪਹਿਲਾਂ ਘੁੰਮ ਰਹੇ ਧਨ ਅੰਦਰ ਰਲਾਉਣ ਨਾਲ ਪਹਿਲੇ ਧਨ ਦੀ ਖਰੀਦ ਸ਼ਕਤੀ ਘਟ ਜਾਂਦੀ ਹੈ। ਇਸ ਕਾਰਨ ਸਰਕਾਰ ਆਪਣੇ ਸ਼ਹਿਰੀਆਂ ਉੱਤੇ ਟੈਕਸ ਲਾਉਣ ਉੱਤੇ ਮਜਬੂਰ ਹੋ ਜਾਂਦੀ ਹੈ ਕਿਉਂਕਿ ਉਸਦੇ ਕੇਂਦਰੀ ਬੈਂਕ ਦੇ ਕਰਜ਼ੇ ਦਾ ਭੁਗਤਾਨ ਕਰਨਾ ਹੈ, ਨਾਲ ਉਸ ਉੱਪਰਲਾ ਸੂਦ ਵੀ ਦੇਣਾ ਹੈ। ਜੇਕਰ ਸਰਕਾਰ ਆਪਣੀ ਸੂਦ ਮੁਕਤ ਨਕਦੀ ਕਰੰਸੀ ਆਪ ਪੈਦਾ ਕਰਕੇ ਆਪਣੇ ਖਰਚਿਆਂ ਦਾ ਭੁਗਤਾਨ ਕਰੇ ਤਾਂ ਇਨਫਲੇਸ਼ਨ ਕਰੰਸੀ ਵਾਧਾ ਤਾਂ ਵੀ ਹੋਵੇਗੀ, ਪਰੰਤੂ ਸਰਕਾਰ ਉੱਤੇ ਕੋਈ ਕਰਜ਼ਾ ਨਹੀਂ ਹੋਵੇਗਾ। ਇਸ ਲਈ ਕੇਂਦਰੀ ਬੈਂਕ ਨੂੰ ਅਸਲ ਮੁੱਲ 'ਤੇ ਸੂਦ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਅਤੇ ਨਾ ਹੀ ਲੋਕਾਂ ਉੱਤੇ ਟੈਕਸ ਲਾਉਣ ਦੀ ਲੋੜ ਪਵੇਗੀ। ਕਿੰਨੀ ਬੇਤੁਕੀ ਗੱਲ ਲੱਗਦੀ ਹੈ ਕਿ ਸਰਕਾਰ ਕੇਂਦਰੀ ਬੈਂਕ ਨੂੰ ਸੂਦ ਦਾ ਭੁਗਤਾਨ ਕਰੇ ਜਦਕਿ ਉਹ ਆਪ ਸਧਾਰਨ ਢੰਗ ਨਾਲ ਸੂਦ ਮੁਕਤ ਕਰੰਸੀ ਪੈਦਾ ਕਰ ਸਕਦੀ ਹੈ। ਕੇਂਦਰੀ ਬੈਂਕਕਾਰੀ ਅਤੇ ਸਥਾਨਕ ਬੈਂਕ। ਦੂਜਾ ਢੰਗ ਜਿਸ ਨਾਲ ਕੇਂਦਰੀ ਬੈਂਕ ਧਨ ਲੱਭਦਾ ਹੈ ਉਹ ਹੈ ਦੇਸ਼ ਦੇ ਬੈਂਕਾਂ ਦੀ ਰਾਹੀਂ। ਇਹ ਬੈਂਕ ਆਪਣੇ ਚੋਖੇ ਗਾਹਕਾਂ ਨੂੰ ਭਾਰੀ ਮਾਤਰਾ ਵਿੱਚ ਕਰਜ਼ੇ ਦਿੰਦੇ ਹਨ। ਆਪ ਇਹ ਸਥਾਨਕ ਬੈਂਕ ਕੇਂਦਰੀ ਬੈਂਕ ਤੋਂ ਪੈਸਾ ਉਧਾਰ ਲੈਂਦੇ ਹਨ। ਫਿਰ ਪਤਲੀ ਹਵਾ ਅੰਦਰੋਂ ਕਰੰਸੀ ਪੈਦਾ। ਸਥਾਨਕ ਬੈਂਕ ਕੇਂਦਰੀ ਬੈਂਕ ਤੋਂ ਘੱਟ ਸੂਦ ਦਰ 'ਤੇ ਉਧਾਰ ਲੈ ਕੇ ਅੱਗੇ ਉੱਚੇ ਸੂਦ ਦਰ ਉੱਤੇ ਕਰਜ਼ੇ ਦਿੰਦੇ ਹਨ। ਵਰਤਣ ਵਾਲਿਆਂ ਕੰਜ਼ਿਊਮਰਾਂ ਉੱਤੇ ਕਰਜ਼ੇ ਦਾ ਭਾਰ ਵੱਧ-ਤਮ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਸਮੇਂ ਨਕਦੀ ਦੀ ਖਰੀਦ ਸ਼ਕਤੀ ਇਨਫਲੇਸ਼ਨ ਕਾਰਨ ਘਟਦੀ ਜਾਂਦੀ ਹੈ। ਖਪਤਕਾਰਾਂ ਨੂੰ ਕਰਜ਼ੇ ਤੋਂ ਉਹ ਲਾਭ ਨਹੀਂ ਮਿਲਦਾ ਜਿਵੇਂ ਉਹ ਸੋਚਦੇ ਹਨ। ਕਾਰਨ ਇਹ ਕਿ ਜਿਹੜਾ ਨਵਾਂ ਧਨ ਗਰਦਿਸ਼ ਵਿੱਚ ਆਉਂਦਾ ਹੈ ਉਹ ਪੂਰੀ ਆਰਥਿਕਤਾ ਅੰਦਰ ਬਨਾਵਟੀ ਢੰਗ ਨਾਲ ਹਰ ਚੀਜ਼ ਜੋ ਉਹ ਖਰੀਦਦੇ ਹਨ ਉਸ ਦੀ ਕੀਮਤ ਵਧਾਉਂਦਾ ਹੈ। ਸੰਖੇਪ ਵਿੱਚ ਇਹ ਹੈ, ਇੱਕ ਬੌਧਿਕ ਓਹਲੇ ਦੇ ਪਿੱਛੇ ਕੇਂਦਰੀ ਬੈਂਕ ਕਾਨੂੰਨੀ ਮਾਨਤਾ ਦੇ ਨਾਲ ਨਕਲੀ ਕਰੰਸੀ ਤਿਆਰ ਕਰਕੇ ਕਰਜ਼ਿਆਂ ਦੀ ਮਦਦ ਨਾਲ ਮਾਰੂ ਸ਼ਾਰਕ ਮੱਛੀਆਂ ਵਾਂਗ ਹੁੰਦੇ ਹਨ। ਜਦੋਂ ਸ਼ੇਅਰ ਮਾਲਕਾਂ ਦੀ ਮਲਕੀਅਤ ਦਾ ਨਿੱਜੀ ਪ੍ਰਾਈਵੇਟ ਬੈਂਕ ਪੈਸੇ ਜਾਂ ਧਨ ਨੂੰ ਕੰਟਰੋਲ ਕਰਦਾ ਹੈ ਤਾਂ ਗਰਦਿਸ਼ ਅੰਦਰ ਕਰੰਸੀ ਦਾ ਹਰ ਡਾਲਰ ਸੂਦ ਉੱਤੇ ਚੜ੍ਹਿਆ ਹੋਇਆ ਹੁੰਦਾ ਹੈ। ਸਿੱਟਾ ਇਹ ਜਿੰਨਾ ਵੀ ਧਨ ਗਰਦਿਸ਼ ਵਿੱਚ ਹੈ ਉਸ ਤੋਂ ਉੱਪਰ ਹੈ ਕਰਜ਼ਾ ਅਤੇ ਸੂਦ। ਜੋ ਵੀ ਲੋਕ ਲਗਾਤਾਰ ਚੱਲ ਰਹੀ ਕਰਜ਼ੇ ਦੀ ਮਸ਼ੀਨ ਦੇ ਮਾਲਕ ਹਨ ਉਹ ਸਦਾ ਇੰਨੇ ਤਾਕਤਵਰ ਹੁੰਦੇ ਹਨ ਕਿ ਸਰਕਾਰ ਨੂੰ ਕੰਟਰੋਲ ਕਰਕੇ ਆਪਣੀ ਮੁੱਠੀ ਵਿੱਚ ਰੱਖਦੇ ਹਨ।